ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ 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 ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਔਰ ਕਥਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ, ਇੱਕ ਧਰਮਸ਼ਾਲਾ ਦੇ ਵਿੱਚ ਭਾਈ ਹਰਬੰਸ ਨਾਮ ਜੀ ਦੇ ਸਿੱਖ ਸੇਵਾ ਕਰਦੇ ਹਨ। ਸੇਵਾ ਕੀ ਕਰਦੇ ਹਨ ਉਹ ਵੀ ਤੁਸੀਂ ਸਾਰੀ ਗੱਲ ਸੁਣੀ। ਆਪ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਜਾਗਣਾ, ਪਾਣੀ ਗਰਮ ਕਰਨਾ, ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣਾ, ਆਏ ਗਏ ਨੂੰ ਲੰਗਰ ਛਕਾਉਣਾ, ਇੱਥੋਂ ਤੱਕ ਕੰਧਾਂ ਵੀ ਜਿਹੜੀਆਂ ਨੇ ਉਹ ਆਪ ਲਿਪਣੀਆਂ ਜੀ। ਭਾਵ ਮਿਸਤਰੀ ਦਾ ਕੰਮ ਵੀ ਉਹ ਆਪ ਹੀ ਕਰਦੇ ਨੇ ਜੀ। ਇੱਕ ਦਿਨ ਉਹ ਭਾਈ ਗੁਰਦਾਸ ਜੀ ਦੀ ਬਾਣੀ ਬੜੇ ਪ੍ਰੇਮ ਨਾਲ ਪੜ੍ਹ ਰਹੇ ਸਨ। ਕੁਝ ਸ਼ੰਕਾਵਾਦੀ ਸਿੱਖ ਪਹਿਲਾਂ ਵੀ ਸਨ, ਅੱਜ ਵੀ ਹਨ ਜੀ। ਉਹਨਾਂ ਨੇ ਭਾਈ ਹਰਬੰਸ ਜੀ ਨੂੰ ਇਹ ਕਿਹਾ ਕਿ ਰੋਕ ਦਿੱਤਾ ਵੀ ਇਹ ਬਾਣੀ ਗੁਰੂ ਦੀ ਨਹੀਂ ਹੈ ਤੇ ਗੁਰੂ ਦੀ ਬਾਣੀ ਪੜ੍ਹਨੀ ਹੈ। ਥੋੜਾ ਜਿਹਾ ਝਗੜਾ ਹੋ ਗਿਆ, ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆ ਗਈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ, ਜਿਸ ਬਾਣੀ ਦੇ ਵਿੱਚ ਗੁਰੂ ਸਾਹਿਬ ਦੇ ਪਰਥਾਏ ਪ੍ਰੇਮ ਹੈ ਤੇ ਜਿਸ ਬਾਣੀ ਦੇ ਵਿੱਚ ਸਤਨਾਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ, ਉਹ ਬਾਣੀ ਤੁਸੀਂ ਪੜ੍ਹਨੀ ਹੈ। ਕਹਿਣ ਲੱਗੇ, ਹਾਂ, ਜੇ ਕੋਈ ਗੁਰੂ ਜੀ ਦੀ ਰੀਸ ਕਰੇ, ਕੋਲੋਂ ਬਾਣੀ ਰਚ ਲਵੇ, ਗੁਰੂ ਦੀ ਰੀਸ ਕਰਨ ਵਾਸਤੇ ਉਹ ਬਾਣੀ ਪੜ੍ਹ ਲਓ, ਉਹਦਾ ਤੁਹਾਨੂੰ ਕੋਈ ਲਾਭ ਨਹੀਂ ਹੋਣਾ। ਮਹਾਰਾਜ ਕਹਿਣ ਲੱਗੇ, ਇਸ ਕਰਕੇ ਉਹ ਬਾਣੀ ਨਹੀਂ ਪੜ੍ਹਨੀ ਜੀ। ਭਾਈ ਗੁਰਦਾਸ ਜੀ ਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਸੰਗਤ ਜੀ, ਭਾਈ ਗੁਰਦਾਸ ਜੀ ਤਾਂ ਸਾਡੇ ਬੜੇ ਖਾਸ ਨੇ। ਭਾਈ ਗੁਰਦਾਸ ਜੀ ਦੀ ਬਾਣੀ ਤਾਂ ਬੜੀ ਪਵਿੱਤਰ ਹੈ। ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਕੇ ਸੁਣ ਕੇ ਤੇ ਸ਼ਰਧਾ ਪੈਦਾ ਹੁੰਦੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨ ਵਾਲੇ ਸਿੱਖੀ ਦੀ ਦਾਤ ਪ੍ਰਾਪਤ ਕਰਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਜ਼ਿੰਦਗੀ ਦੇ ਬੜੇ ਬੜੇ ਕਮਾਲ ਦੇ ਨੁਕਤੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਅੰਕਿਤ ਕੀਤੇ ਹਨ। ਕੱਲ ਆਪਾਂ ਪੜ੍ਹਿਆ ਸੀਗੀ ਇੱਕ ਪੰਕਤੀ, ਹੋਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਆਓ ਪੰਕਤੀ ਪੜ੍ਹ ਲਓ, ਫਿਰ ਆਪਾਂ ਸੰਗਤ ਦੀ ਲੜੀਵਾਰ ਕਥਾ ਸਰਵਣ ਕਰਨੀ ਹੈ। ਹਿਰਦੈ ਗਰੀਬੀ ਆਵੈ ਗੁਰਮਤਿ ਹਿਰਦੈ ਗਰੀਬੀ ਆਵੈ। ਗਰੀਬੀ ਦਾ ਭਾਵ ਨਿਮਰਤਾ। ਗੁਰਮੁਖ ਦੇ ਹਿਰਦੇ ਵਿੱਚ ਨਿਮਰਤਾ ਦਾ ਵਾਸਾ ਹੋ ਜਾਂਦਾ ਹੈ। ਹਿਰਦੈ ਗਰੀਬੀ ਆਵੈ ਗੁਰਮਤਿ ਹਿਰਦੈ ਗਰੀਬੀ ਆਵੈ। ਹਿਰਦੈ ਗਰੀਬੀ ਆਵੈ ਗੁਰਮਤਿ ਹਿਰਦੈ
ਗਰੀਬੀ ਆਵੇ। ਭਾਈ ਗੁਰਦਾਸ ਜੀ ਦੀ ਬਾਣੀ ਮਹਾਰਾਜ ਕਹਿੰਦੇ ਧਿਆਨ ਨਾਲ ਪੜ੍ਹਨੀ ਹੈ, ਪ੍ਰੇਮ ਨਾਲ ਪੜ੍ਹਨੀ ਹੈ। ਸੋ ਇਸ ਤਰੀਕੇ ਨਾਲ ਸੰਗਤ ਜੀ ਉਹ ਜਿਹੜਾ ਝਗੜਾ ਸੀਗਾ ਉਹ ਸਿੱਖਾਂ ਦਾ ਮੁੱਕ ਗਿਆ ਜੀ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਫੇਰ ਆਖੋ ਜੀ ਸਤਿਨਾਮ ਸਾਹਿਬ ਜੀ। ਅਨੰਦ ਮੁਰਾਰੀ ਸੁਮਤ ਮਹਾਨੀ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਕੋਲ ਇੱਕ ਸਿੱਖ ਆਇਆ, ਉਸ ਦਾ ਨਾਮ ਹੈ ਭਾਈ ਅਨੰਦ ਮੁਰਾਰੀ ਜੀ। ਬੜੇ ਸਿਆਣੇ ਨੇ ਜੀ। ਹਾਂਜੀ, ਮਹਾਪੁਰਖ ਸਿਕਾਤਮ ਗਿਆਨੀ। ਲਓ ਜੀ ਲਓ, ਭਾਈ ਅਨੰਦ ਮੁਰਾਰੀ ਜੀ ਮਹਾਂਪੁਰਖ ਹਨ। ਮਹਾਂਪੁਰਖ ਆਤਮ ਗਿਆਨੀ ਹਨ। ਇੱਕ ਹੁੰਦਾ ਨਾ ਬਾਹਰ ਦੀਆਂ ਗਿਆਨ ਇਕੱਠਾ ਕਰਨਾ, ਇੱਕ ਅੰਦਰ ਦਾ ਗਿਆਨ ਹੁੰਦਾ ਜੀ। ਅਨੰਦ ਮੁਰਾਰੀ ਜੀ ਆਤਮ ਗਿਆਨੀ ਸਿੱਖ ਹਨ। ਨਾਨੋ ਲਟਕਣ ਜਾਤ ਸੁਜਾਨਾ। ਇਹਨਾਂ ਦੇ ਨਾਲ ਹੋਰ ਸਿੱਖ ਆਏ ਨੇ, ਭਾਈ ਨਾਨੋ ਲਟਕਣ ਜੀ। ਹਾਂਜੀ, ਬਿੰਦ ਰਾਓ ਸਿੱਖ ਮਿਲ ਕਲਿਆਣਾ। ਨਾਲ ਨੇ ਬਿੰਦਰਾਓ ਜੀ, ਭਾਈ ਅਨੰਦ ਮੁਰਾਰੀ ਜੀ, ਭਾਈ ਨਾਨੋ ਲਟਕਣ ਜੀ ਤੇ ਭਾਈ ਬਿੰਦਰਾਓ ਜੀ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਆਏ ਜੀ। ਹਾਂਜੀ, ਆਲਮ ਚੰਦ ਹਾਂਡਾ ਜੋ ਉਚਾਰਾ। ਗੱਜ ਕੇ ਆਖੋ ਭਾਈ ਆਲਮ ਚੰਦ ਹਾਂਡਾ ਜੀ। ਹਾਂਜੀ, ਤਾਲ ਵਾੜ ਬਹੁਰੋ ਸਹਿਸਾਰਾ। ਭਾਈ ਸਹਿਸਾਰਾ ਜੀ, ਭਾਈ ਤਾਲਵਾੜ ਜੀ। ਸਭ ਮਿਲ ਕਰ ਜਿਨ ਮਨ ਜਗਿਆਸੀ। ਹਾਂਜੀ, ਆਏ ਸ਼੍ਰੀ ਅਰਜਨ ਕੇ ਪਾਸੀ। ਇਹ ਸਾਰੇ ਸਿੱਖ ਜਗਿਆਸੂ ਨੇ। ਜਗਿਆਸੂ ਚੇਤਾ ਰੱਖਿਓ, ਜਗਿਆਸੂ ਸਾਰੇ ਨਹੀਂ ਹੁੰਦੇ ਜੀ। ਜਗਿਆਸੂ, ਜਗਿਆਸੂ ਕਿਹਨੂੰ ਕਹਿੰਦੇ? ਜਿਨ੍ਹਾਂ ਦੇ ਅੰਦਰ ਕੁਝ ਜਾਣਨ ਦੀ ਇੱਛਾ ਹੈਗੀ ਉਹਨੂੰ ਜਗਿਆਸੂ ਕਹਿੰਦੇ ਆ। ਗਿਆਨ ਦੀ ਇੱਛਾ ਵਾਲੇ ਜਿਗਿਆ ਆਸੂ। ਇਹ ਸਾਰੇ ਨਾ ਜੀ ਕੁਝ ਜਾਣਨਾ ਚਾਹੁੰਦੇ ਆ, ਰੱਬ ਦੇ ਰਸਤੇ ਤੇ ਤੁਰਨਾ ਚਾਹੁੰਦੇ ਆ। ਤੇ ਮੈਂ ਮਹਾਪੁਰਖਾਂ ਕੋਲੋਂ ਸੁਣਿਆ, ਕਹਿੰਦੇ ਹਜ਼ਾਰਾਂ ਬੰਦੇ ਬੈਠੇ ਹੋਣ, ਗਿਣਤੀ ਦੇ ਬੰਦੇ ਜਗਿਆਸੂ ਵਿੱਚੋਂ ਨਿਕਲਦੇ ਆ ਜੀ। ਗਿਣਤੀ ਦੇ ਬੰਦੇ ਜੀ ਜਿਹੜੇ ਰੱਬ ਦੇ ਰਾਹ ਤੇ ਤੁਰਨਾ ਚਾਹੁੰਦੇ ਹੋਣ ਜੀ। ਸੋ ਇਹ ਜਗਿਆਸੂ ਨੇ ਜੀ, ਰੱਬ ਦੇ ਰਾਹ ਤੇ ਤੁਰਨਾ ਚਾਹੁੰਦੇ ਨੇ ਜੀ। ਹਾਂਜੀ, ਕਰ ਬੰਧਨ ਕੋ ਅਰਜ ਗੁਜਾਰੀ। ਆਏ ਨੇ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਇਹਨਾਂ ਨੇ ਜੀ, ਬੇਨਤੀ ਕੀਤੀ ਮਹਾਰਾਜ ਜੀ ਨੂੰ। ਹਾਂਜੀ, ਗੁਰੂ ਗਰੀਬ ਨਿਵਾਜ ਮੁਰਾਰੀ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਅਸੀਂ ਸੁਣਿਆ ਤੁਸੀਂ ਗਰੀਬ ਨਵਾਜ ਚ। ਗਰੀਬ ਨਵਾਜ ਕਿਹਨੂੰ ਕਹਿੰਦੇ? ਗਰੀਬਾਂ ਨੂੰ ਨਵਾਜਣ ਵਾਲੇ ਨੂੰ ਜੀ। ਇਸ ਸੰਸਾਰ ਵਿੱਚ ਅਮੀਰ ਨਵਾਜ ਬੜੇ ਨੇ, ਗਰੀਬ ਨਵਾਜ ਥੋੜੇ ਨੇ ਜੀ। ਮਹਾਰਾਜ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ। ਹਾਂਜੀ, ਦੇਹੋ ਉਪਦੇਸ਼ ਹਰਹੋ ਦੁਖ ਭਾਰਾ। ਅਸੀਂ ਮਹਾਰਾਜ ਗਰੀਬ ਬੰਦੇ ਦੁਨੀਆ ਦੇ ਦੁੱਖਾਂ ਵਿੱਚ ਫਸੇ ਹੋਏ ਆ ਸੱਚੇ ਪਾਤਸ਼ਾਹ। ਸ਼ਰਨ ਪਰੇ ਸਭ ਕਰਹੁ ਉਧਾਰਾ। ਤੇ ਮਹਾਰਾਜ ਦੇਹੋ ਉਪਦੇਸ਼ ਹਰਹੋ ਦੁਖ ਭਾਰਾ। ਮਹਾਰਾਜ ਸਾਨੂੰ ਉਪਦੇਸ਼ ਦਿਓ, ਸਾਡੇ ਦੁੱਖ ਦੂਰ ਹੋਣ। ਸੱਚੇ ਪਾਤਸ਼ਾਹ ਹੀ ਬੜੇ ਦੁਖੀ ਚ। ਸ਼ਰਨ ਪਰੇ ਸਭ ਕਰਹੁ ਉਧਾਰਾ। ਅਸੀਂ ਤੁਹਾਡੀ ਸ਼ਰਨ ਵਿੱਚ ਪਏ ਆ, ਮਹਾਰਾਜ ਸਾਡਾ ਉਧਾਰ ਕਰੋ। ਹਾਂਜੀ, ਸ਼੍ਰੀ ਸਤਿਗੁਰੂ ਜੀ ਬਾਗ ਪ੍ਰਕਾਸ਼ਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਰਹੁ ਸ਼ਬਦ ਕੋ ਨਿਤ ਅਭਿਆਸਾ। ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਸ਼ਬਦ ਦਾ ਅਭਿਆਸ ਕਰਿਆ ਕਰੋ। ਚੇਤਾ ਰੱਖਿਓ ਸ਼ਬਦ ਤੋਂ ਕੀ ਭਾਵ ਹੈ। ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਹੈ, ਤੁਹਾਨੂੰ ਸਭ ਨੂੰ ਯਾਦ ਹੋਏਗੀ। ਜਪ ਮਨ ਸਤਨਾਮ ਸਦਾ ਸਤਨਾਮ। ਹਾਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸ਼ੁਰੂਆਤ ਸ਼ਬਦ ਦੀ ਹੁੰਦੀ ਇੱਛਾ ਪੂਰਕ,
ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਇੱਥੋਂ ਸ਼ੁਰੂਆਤ ਹੁੰਦੀ ਜੀ। 2 ਵਾਰ ਸਤਨਾਮ ਲਿਖਿਆ, ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ, ਜਪ ਮਨ ਸਤਨਾਮ। ਸਤਨਾਮ ਦਾ ਕੀ ਭਾਵ ਹੈ? ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾ ਸਤਨਾਮ ਸ਼ਬਦ ਆਉਂਦਾ ਇੱਕ ਓੰਕਾਰ ਤੋਂ ਬਾਅਦ। ਇੱਕ ਓੰਕਾਰ ਸਤਨਾਮ, ਗੁਰਬਾਣੀ 'ਚ ਸਭ ਤੋਂ ਪਹਿਲਾਂ ਇੱਥੇ ਸਤਨਾਮ ਆਉਂਦਾ ਹੈ। ਗੁਰਮੁਖ ਪਿਆਰੇ ਦੱਸਦੇ ਆ, ਕਹਿੰਦੇ ਇੱਕ ਸਤਨਾਮ ਦਾ ਅਰਥ ਹੈ ਵਾਹਿਗੁਰੂ। ਇਹ ਪਰਮੇਸ਼ਰ ਦਾ ਸੱਚਾ ਨਾਮ ਹੈ। ਦੂਸਰਾ ਹੈ ਮੂਲ ਮੰਤਰ, ਵਾਹਿਗੁਰੂ ਦੀਆਂ ਸਿਫਤਾਂ। ਮਹਾਰਾਜ ਕਹਿੰਦੇ ਭਾਈ ਗੁਰ ਮੰਤਰ ਮੂਲ ਮੰਤਰ ਨੂੰ ਜਪ, ਤੇਰਾ ਮੁਖ ਉਜਲਾ ਹੋ ਜਾਏਗਾ। ਗੱਜ ਕੇ ਆਖੋ ਇਹ ਜਾਪ ਕਰ। ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ 'ਚ ਜਿੱਥੇ ਸ਼ਬਦ ਦੇ ਅਭਿਆਸ ਦੀ ਗੱਲ ਆਉਂਦੀ ਹੈ ਨਾ, ਉੱਥੇ ਸੰਗਤ ਦੀ ਗੁਰ ਮੰਤਰ ਦੀ ਗੱਲ ਆਏਗੀ, ਮੂਲ ਮੰਤਰ ਦੀ ਗੱਲ ਆਏਗੀ, ਰੱਬ ਦੇ ਨਾਮ ਦੀ ਗੱਲ ਆਏਗੀ ਜੀ। ਹੁਣ ਧਿਆਨ ਨਾਲ ਇਹ ਗੱਲ ਸੁਣਿਓ। ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਕਰੋ ਸ਼ਬਦ ਕੋ ਨਿਤ ਅਭਿਆਸਾ। ਕਹਿੰਦੇ ਮਹਾਰਾਜ ਅਸੀਂ ਦੁਖੀ ਬੜੇ ਆ। ਮਹਾਰਾਜ ਕਹਿੰਦੇ ਹਰ ਰੋਜ਼ ਸ਼ਬਦ ਦਾ ਅਭਿਆਸ ਕਰਨਾ ਹੈ। ਸ਼ਬਦ ਦਾ ਅਭਿਆਸ ਕੀ? ਵਾਹਿਗੁਰੂ ਵਾਹਿਗੁਰੂ। ਅਭਿਆਸ ਕਰਨਾ ਕਿਹਨੂੰ ਕਹਿੰਦੇ ਆ? ਹੁਣ ਇਹ ਗੱਲ ਦਾ ਧਿਆਨ ਨਾਲ ਸੁਣਿਓ। ਕੇਵਲ ਮੂੰਹੋਂ ਬੋਲਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸ਼ਬਦ ਦਾ ਅਭਿਆਸ ਨਹੀਂ ਹੈ। ਇੱਕ ਜਗ੍ਹਾ ਬੈਠਣਾ, ਚੌਂਕੜਾ ਮਾਰਨਾ, ਤੇ ਸੰਗਤ ਜੀ ਬਿਲਕੁਲ ਮਨ ਤਨ ਸਾਵਧਾਨ ਕਰਕੇ ਨਾਲ ਨਾਲ ਜੀਭ ਜਪੇ, ਨਾਲ ਨਾਲ ਮਨ ਜਪੇ, ਇਹਨੂੰ ਸ਼ਬਦ ਦਾ ਅਭਿਆਸ ਕਹਿੰਦੇ ਆ। ਕਹੋ ਵਾਹਿਗੁਰੂ 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 ਵਾਹਿਗੁਰੂ। ਇਹ ਸ਼ਬਦ ਦਾ ਅਭਿਆਸ ਹੈ। ਇਸੇ ਤਰ੍ਹਾਂ ਮੂਲ ਮੰਤਰ ਦਾ ਜਪ ਕਰਨਾ। ਔਖਦ ਮੰਤਰ ਮੂਲ ਮਨ ਇੱਕ ਹੈ, ਜੇ ਕਰ ਦ੍ਰਿੜ ਚਿਤ ਕੀਜੈ ਰੇ। ਮਹਾਰਾਜ ਕਹਿੰਦੇ ਬਾਣੀ 'ਚ ਵੀ ਇਹਨੂੰ ਦ੍ਰਿੜ ਕਰਨਾ, ਦ੍ਰਿੜ ਜੀ ਪੱਕਿਆਂ ਕਰਨਾ ਮਨ ਵਿੱਚ ਜੀ। ਪੱਕਿਆਂ ਕਿਵੇਂ ਹੋਣਾ? ਜਦੋਂ ਅਭਿਆਸ ਕਰਾਂਗੇ ਸੰਗਤ ਜੀ। ਹਾਂਜੀ। ਸਿੱਖ ਸੰਤਨ ਕੀ ਸੇਵਾ ਧਰਿਏ ਹੈ। ਮਹਾਰਾਜ ਕਹਿਣ ਲੱਗੇ ਇੱਕ ਤੇ ਸ਼ਬਦ ਦਾ ਅਭਿਆਸ ਕਰਨਾ ਤੁਸਾਂ, ਦੂਜਾ ਸਿੱਖ ਆਵੇ ਗੁਰੂ ਦੀਆਂ ਸੰਗਤਾਂ ਆਉਣ, ਉਹਨਾਂ ਦੀ ਸੇਵਾ ਕਰਨੀ ਹੈ ਤੁਸਾਂ। ਸਤਨਾਮ ਕੋ ਸਿਮਰਨ ਕਰੀਏ ਤੇ ਪਰਮੇਸ਼ਰ ਦਾ ਸੱਚਾ ਨਾਮ, ਉਹਦਾ ਸਿਮਰਨ ਕਰਨਾ, ਜਾਪ ਕਰਨਾ ਤੁਸਾਂ। ਹਾਂਜੀ। ਸੁਨਤ ਗੁਰੂ ਤੇ ਸਭਨ ਬਖਾਨਾ। ਜਦੋਂ ਹੁਣ ਸਾਰੇ ਜਿਗਿਆਸੂ ਨੇ ਜੀ, ਇਹ ਥੋੜੀ ਬਹੁਤੀ ਸਮਝ ਰੱਖਦੇ ਆ, ਸਾਰੇ ਮਹਾਰਾਜ ਨੂੰ ਅੱਗੋਂ ਕਹਿਣ ਲੱਗੇ ਜੀ। ਹਾਂਜੀ। ਹਮ ਜਬ ਸ਼ਬਦ ਸੁਨਹਿ ਦੇ ਕਾਨਾ। ਸੱਚੇ ਪਾਤਸ਼ਾਹ ਅਸੀਂ ਜਦ ਕੰਨ ਲਾ ਕੇ ਸ਼ਬਦ ਸੁਣਦੇ ਹਾਂ, ਭਾਵ ਮਹਾਰਾਜ ਜਦੋਂ ਅਸੀਂ ਸ਼ਬਦ ਧਿਆਨ ਨਾਲ ਸੁਣਦੇ ਗੁਰ ਮੰਤਰ ਨੂੰ, ਮੂਲ ਮੰਤਰ ਨੂੰ, ਹਾਂਜੀ, ਤਬ ਮਨ ਨਿਮਰ ਸਿਮਰ ਸਤਨਾਮ। ਉਸ ਸਮੇਂ ਤੇ ਮਹਾਰਾਜ ਮਨ ਬੜੀ ਨਿਮਰਤਾ ਚ ਆ ਜਾਂਦਾ ਜੀ। ਹੁਣ ਵੇਖੋ ਨਾ ਜੀ, ਤੁਸੀਂ ਇਕਾਗਰਤਾ ਦੇ ਨਾਲ, ਪ੍ਰੇਮ ਨਾਲ ਸ਼ਬਦ ਨੂੰ ਸੁਣੋ ਤੇ ਜਪੋ ਧਿਆਨ ਨਾਲ, ਤੁਹਾਡਾ ਮਨ ਨਿਮਰਤਾ ਚ ਆਏਗਾ ਜੀ। ਹੋਰ ਨਹੀਂ, ਓਨੇ ਸਮੇਂ ਲਈ ਤਾਂ ਨਿਮਰਤਾ ਚ ਰਹਿੰਦਾ ਜੀ। ਹਾਂਜੀ। ਪੁਨ ਵਿਵਹਾਰ ਕਰਹਿ ਜਬ ਧਾਮ। ਸੱਚੇ ਪਾਤਸ਼ਾਹ ਜਦੋਂ ਤੇ ਨਾਮ ਜਪਦੇ ਆ ਉਦੋਂ ਤੇ ਨਿਮਰਤਾ ਰਹਿੰਦੀ ਹੈ, ਪਰ ਜਦੋਂ ਚੌਂਕੜਾ ਖੋਲਦੇ ਆ, ਉੱਠ ਕੇ ਘਰ ਦੇ ਕੰਮ ਕਾਰ ਕਰਦੇ ਆ, ਹਾਂਜੀ, ਬਿਸਰ ਜਾਤ ਨਹਿ ਚਿਤ ਮਹਿ ਰਹੈ। ਉਦੋਂ ਮਹਾਰਾਜ ਨਾਮ ਸਾਨੂੰ ਭੁੱਲ ਜਾਂਦਾ ਹੈ। ਗੱਜ ਕੇ ਆਖੋ ਮਹਾਰਾਜ ਉਦੋਂ ਸਭ ਕੁਝ ਹੀ ਉੱਡ ਜਾਂਦਾ, ਉਦੋਂ ਨਹੀਂ ਉਹ ਖੇਡ ਰਹਿੰਦੀ ਮਹਾਰਾਜ। ਹਾਂਜੀ। ਸੁਨ ਸਤਿਗੁਰ 300 ਤਬ ਕਹੈ। ਮਹਾਰਾਜ ਇਹਦਾ ਕੀ ਕਾਰਨ ਹੈ? ਸੱਚੇ ਪਾਤਸ਼ਾਹ ਜਿੰਨਾ ਚਿਰ ਬੈਠੇ ਆ, ਮਨ ਜੁੜਿਆ,
ਜਦੋਂ ਉੱਠ ਕੇ ਕੰਮਾਂ ਕਾਰਾਂ 'ਚ ਲੱਗ ਪਏ ਫਿਰ ਕੰਮਾਂ ਕਾਰਾਂ ਵਾਲਾ ਮਨ ਹੋ ਜਾਂਦਾ। ਬਹੁਤ ਸਾਰੇ ਪ੍ਰੇਮੀ ਇਹ ਗੱਲ ਕਹਿੰਦੇ ਆ ਵੀ ਸ਼ਬਦ ਦਾ ਰਸ ਪੱਕਾ ਨਹੀਂ ਰਹਿੰਦਾ ਸਾਡੇ ਅੰਦਰ ਜੀ। ਹੁਣ ਮਹਾਰਾਜ ਦੱਸਦੇ ਆ ਕਿਉਂ ਨਹੀਂ ਰਹਿੰਦਾ। ਹਾਂਜੀ। ਅਜਹੋਂ ਤੁਮਾਰੇ ਉਰ ਅਭਿਆਸ ਹਾਂਜੀ। ਨਹਿ ਦ੍ਰਿੜ ਭਇਓ ਕਰਹੁ ਨਿਰਜਾਸ। ਮਹਾਰਾਜ ਕਹਿਣ ਲੱਗੇ ਫਿਰ ਸਿੱਖੋ ਇਹ ਗੱਲ ਪੱਕੀ ਸਮਝ ਲਓ, ਅਜੇ ਸ਼ਬਦ ਦਾ ਅਭਿਆਸ ਹੋਰ ਕਰਨਾ ਪੈਣਾ ਹੈ। ਅਜੇ ਨਾਮ ਦ੍ਰਿੜ ਨਹੀਂ ਹੋਇਆ, ਦ੍ਰਿੜ ਨਹੀਂ ਹੋਇਆ, ਅੰਦਰ ਨਹੀਂ ਵਸਿਆ। ਹਾਂਜੀ। ਹੁਣ ਸਭ ਨੂੰ ਪਤਾ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ, ਪਤਾ ਹੀ ਹੈ, ਦ੍ਰਿੜ ਨਹੀਂ ਹੈਗਾ ਜੀ। ਜਦੋਂ ਦ੍ਰਿੜ ਹੋ ਜਾਂਦਾ ਨਾ ਜੀ ਫਿਰ ਬੰਦਾ ਰਹਿ ਨਹੀਂ ਸਕਦਾ ਜੀ। ਮਹਾਰਾਜ ਕਹਿੰਦੇ ਅਜੇ ਦ੍ਰਿੜ ਨਹੀਂ ਹੋਇਆ ਸ਼ਬਦ, ਅਜੇ ਫਿਰ ਬਹੁਤ ਅਭਿਆਸ ਦੀ ਲੋੜ ਹੈਗੀ ਹੈ, ਅਜੇ ਫਿਰ ਹੋਰ ਅਭਿਆਸ ਕਰੋ ਕਹਿਣ ਲੱਗੇ। ਹਾਂਜੀ। ਅਨਕ ਜਨਮ ਦੁਰਮਤ ਵਿਵਹਾਰਾ ਕਿੱਥੇ ਹੱਥ ਰੱਖੋ। ਸੋ ਅਭਿਆਸ ਬਲੀ ਉਰਧਾਰਾ। ਅਨਕ ਜਨਮ ਦੁਰਮਤ ਵਿਵਹਾਰਾ। ਮਹਾਰਾਜ ਕਹਿਣ ਲੱਗੇ ਇੱਕ ਜਨਮ ਤੋਂ ਨਹੀਂ, ਕਈ ਜਨਮਾਂ ਤੋਂ ਭੈੜੀ ਮੱਤ ਵਾਲਾ ਵਿਵਹਾਰ ਅਸੀਂ ਕਰਦੇ ਆ ਰਹੇ ਹਾਂ। ਕਈ ਜਨਮਾਂ ਤੋਂ, ਪਿਛਲੇ ਜਨਮਾਂ ਦੀ ਛਾਪ ਇਸ ਜਨਮ ਵਿੱਚ ਵੀ ਸਾਡੇ ਨਾਲ ਹੀ ਹੈਗੀ ਸੰਗਤ ਜੀ। ਗੱਜ ਕੇ ਆਖੋ। ਇੱਕ ਗੱਲ ਹੋਰ, ਜਿਹੜੇ ਤੇ ਪਿਛਲੇ ਜਨਮ ਵਿੱਚ ਵੀ ਮਨੁੱਖਾ ਸਰੀਰ ਵਿੱਚੋਂ ਆਏ ਹੈ ਉਹਨਾਂ ਦਾ ਸੁਭਾਅ ਹੋਰ ਹੋਏਗਾ। ਜਿਨ੍ਹਾਂ ਨੂੰ ਮਨੁੱਖਾ ਜਨਮ ਮਿਲਿਆ ਹੀ ਪਹਿਲੀ ਵਾਰੀ ਹੈ, ਪਿਛਲਾ ਜਨਮ ਚੂਹੇ ਦਾ ਹੈ, ਸੱਪ ਦਾ ਹੈ, ਗਧੇ ਦਾ ਹੈ, ਉਹਨਾਂ ਜਾਨਵਰਾਂ ਦੀ ਛਾਪ ਉਹਨਾਂ ਦੇ ਇਸ ਜਨਮ ਵਿੱਚ ਵੀ ਉਹਨਾਂ ਦੇ ਨਾਲ ਹੁੰਦੀ ਹੈ ਜੀ। ਆਪਾਂ ਕਹਿੰਦੇ ਨਾ ਸੱਪ ਵਰਗੀ ਸ਼ਕਲ ਹੈ ਇਹਦੀ। ਗੱਜ ਕੇ ਆਖੋ। ਪਿਛਲੇ ਜਨਮਾਂ ਦੀ ਛਾਪ ਹੁੰਦੀ ਹੈ। ਚੰਗੇ ਕਰਮ ਕੀਤੇ, ਜੰਮਦਿਆਂ ਹੀ ਨਾਮ ਜਪਣ ਲੱਗ ਪਿਆ, ਪਿਛਲੇ ਜਨਮਾਂ ਦੇ ਕਰਮਾਂ ਦੀ ਛਾਪ ਹੈਗੀ ਹੈ ਜੀ ਇਹ ਜੀ। ਮਹਾਰਾਜ ਕਹਿਣ ਲੱਗੇ ਅਨੇਕ ਜਨਮ ਦੁਰਮਤ ਵਿਵਹਾਰਾ। ਕਈ ਜਨਮ, ਅਨੇਕਾਂ ਜਨਮ ਹੋ ਗਏ ਹੈ, ਭੈੜੀ ਮੱਤ ਦੇ ਅਨੁਸਾਰ ਭੈੜੇ ਕੰਮ ਕਰਦੇ ਆ, ਉਹ ਵਿਵਹਾਰ ਬਣ ਗਿਆ ਸਾਡਾ ਜੀ। ਸੋ ਅਭਿਆਸ ਬਲੀ ਉਰ ਧਾਰਾ। ਉਹ ਜਿਹੜਾ ਪਸ਼ੂਆਂ ਵਾਲਾ ਵਿਵਹਾਰ ਹੈ ਨਾ, ਮਹਾਰਾਜ ਕਹਿੰਦੇ ਉਹ ਜ਼ਿਆਦਾ ਹੈ, ਉਹਦਾ ਅਭਿਆਸ ਜ਼ਿਆਦਾ ਹੈ। ਇਸ ਕਰਕੇ ਨਾਮ ਦਾ ਅਭਿਆਸ ਥੋੜ੍ਹਾ ਹੋਣ ਕਰਕੇ ਨਾਮ ਦਾ ਅਸਰ ਥੋੜ੍ਹਾ ਸਮਾਂ ਰਹਿੰਦਾ ਹੈ। ਪਸ਼ੂਆਂ ਵਾਲਾ ਜਿਹੜਾ ਅਭਿਆਸ ਹੈ ਉਹ ਜ਼ਿਆਦਾ ਚਿਰ ਰਹਿੰਦਾ ਹੈ ਜੀ। ਗੱਜ ਕੇ ਆਖੋ। ਪਿਛਲੇ ਜਨਮਾਂ ਦੇ ਵਿੱਚ ਜੋ ਪੁੱਠੇ ਸਿੱਧੇ ਕੰਮ ਕਰਦਾ, ਆਤਮਾ ਦੇ ਨਾਲ ਉਹ ਸੰਸਕਾਰ ਬਣੇ ਹੁੰਦੇ ਆ, ਉਹਨਾਂ ਦੀ ਛਾਪ ਹੁੰਦੀ ਹੈ ਮਨ ਤੇ। ਪਿਆਰਿਓ, ਬੰਦਾ ਇਸ ਜਨਮ ਵਿੱਚ ਵੀ ਉਹੋ ਜਿਹੇ ਕੰਮ ਕਰੀ ਜਾਂਦਾ। ਉਹ ਅਭਿਆਸ ਜ਼ਿਆਦਾ ਪੱਕਿਆ, ਮਹਾਰਾਜ ਕਹਿੰਦੇ ਉਹਦੀ ਪ੍ਰੈਕਟਿਸ ਜ਼ਿਆਦਾ ਹੋਈ ਹੈ। ਕਹਿਣ ਲੱਗੇ ਨਾਮ ਦੀ ਪ੍ਰੈਕਟਿਸ ਨਹੀਂ ਇੰਨੀ ਕੀਤੀ ਜੀ। ਹਾਂਜੀ। ਕਈ ਬੰਦੇ 12-12 ਘੰਟੇ ਸੌਂ ਲੈਂਦੇ ਜੀ। ਹਾਂਜੀ। ਪਿਛਲੇ ਜਨਮਾਂ ਤੋਂ ਹੀ ਸੌਣ ਦੀ ਪ੍ਰੈਕਟਿਸ ਹੈਗੀ ਉਹਨਾਂ ਨੂੰ। ਗੱਜ ਕੇ ਆਖੋ। ਨਾਮ ਦੀ ਪ੍ਰੈਕਟਿਸ ਨਹੀਂ ਹੈਗੀ ਜੀ। ਹਾਂਜੀ। ਗੁਰੂ ਸ਼ਬਦ ਮਹਿ ਅਭਿਆਸਾ। ਸੋ ਮਹਾਰਾਜ ਕਹਿਣ ਲੱਗੇ ਹੁਣ ਸਮਾਂ ਮਿਲਿਆ, ਹੁਣ ਗੁਰੂ ਦੇ ਸ਼ਬਦ ਦਾ ਅਭਿਆਸ ਕਰੋ, ਮਿਹਨਤ ਲਾਓ। ਮਹਾਰਾਜ ਕਹਿਣ ਲੱਗੇ ਇਸ ਪਾਸੇ। ਹਾਂਜੀ। ਭਇਓ ਅਲਪ ਹੀ ਨਹੀਂ ਪ੍ਰਕਾਸ਼ਾ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਸ਼ਬਦ ਅਬਜੇ ਥੋੜਾ ਹੀ ਹੋਇਆ, ਅਭਿਆਸ ਜ਼ਿਆਦਾ ਨਹੀਂ ਕੀਤਾ, ਇਸ ਕਰਕੇ ਅੰਦਰ ਪ੍ਰਕਾਸ਼ ਨਹੀਂ ਹੋਇਆ, ਚਾਨਣ ਨਹੀਂ ਹੋਇਆ। ਜਿਨ੍ਹਾਂ ਨੇ ਅਭਿਆਸ ਕੀਤੇ ਪਿਛਲੇ ਜਨਮਾਂ ਵਿੱਚ, ਸੰਗਤ ਦੀ ਉਹ ਜੰਮਦੇ ਹੀ ਨਾਮ ਜਪਣ ਲੱਗ ਪਏ ਜੀ। ਮਹਾਤਮਾ ਦੇ ਕੋਲੋਂ ਉਹਦੇ ਚੇਲੇ ਨੇ ਪੁੱਛਿਆ ਜੀ, ਕਹਿੰਦੇ ਜੀ ਇਹ ਬੱਚਾ ਜੰਮਦਾ ਹੀ ਨਾਮ ਜਪ ਰਿਹਾ, ਕੀ ਗੱਲ ਹੈ? ਕਹਿੰਦੇ ਉਹਦਾ ਕਾਰਨ ਇਹ ਹੈ ਪਿਛਲੇ ਜਨਮਾਂ ਵਿੱਚ ਵੀ ਨਾਮ ਜਪਦਾ ਸੀਗਾ, ਥੋੜੇ ਚਿਰ ਬਾਅਦ ਲੱਗਾ, ਮਤਲਬ ਬਹੁਤਾ ਨਹੀਂ ਨਾਮ ਜਪਿਆ ਪਿਛਲੇ ਜਨਮਾਂ 'ਚ ਜੀ। ਮਹਾਰਾਜ ਕਹਿੰਦੇ ਅਭਿਆਸ ਥੋੜਾ ਹੋਣ ਕਰਕੇ ਨਾ ਅੰਦਰ ਗਿਆਨ ਦਾ ਚਾਨਣ ਨਹੀਂ ਹੈਗਾ। ਹਾਂਜੀ। ਬਹੁ ਦਿਨ ਕੋ ਦ੍ਰਿੜ ਤਨ ਅਭਿਮਾਨ।
ਸਨੈ ਸਨੈ ਕੀਜਹਿ ਇਸ ਹਾਨ। ਬਹੁਤ ਚਿਰ ਤੋਂ ਸਰੀਰ ਦਾ ਅਭਿਮਾਨ ਸਾਡੇ ਅੰਦਰ ਤੁਰਿਆ ਆ ਰਿਹਾ। ਮਹਾਰਾਜ ਕਹਿਣ ਲੱਗੇ ਬਹੁਤ ਚਿਰ ਤੋਂ ਹਉਮੈ ਤੁਰੀ ਆ ਰਹੀ ਹੈ, ਹੰਕਾਰ ਤੁਰਿਆ ਆ ਰਿਹਾ ਹੈ। ਸਹਿਜੇ ਸਹਿਜੇ ਨਾਮ ਜਪ ਜਪ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਰੀਰ ਦੀ ਹਉਮੈ ਟੁੱਟਦੀ ਹੈ। ਪ੍ਰੇਮ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ। ਅਭਿਆਸ ਕਰ ਕਰਕੇ ਸਰੀਰ ਦੀ ਹਉਮੈ ਟੁੱਟਦੀ ਹੈ ਕਹਿਣ ਲੱਗੇ। ਪਰ ਇਹ ਸਹਿਜ ਦਾ ਮਾਰਗ, ਮੈਂ ਉਸ ਦਿਨ ਭਾਈ ਵੀਰ ਸਿੰਘ ਜੀ ਦੀ ਪੁਸਤਕ ਪੜ੍ਹ ਕੇ ਤੁਹਾਨੂੰ ਸੁਣਾਈ ਸੀ। ਭਾਈ ਵੀਰ ਸਿੰਘ ਜੀ ਕਹਿੰਦੇ ਸਹਿਜ ਦਾ ਮਾਰਗ ਹੈ। ਗੁਰੂ ਸਾਹਿਬ ਵੀ ਕਹਿੰਦੇ ਸਹਿਜ ਦਾ ਮਾਰਗ ਹੈ। ਹਾਂਜੀ। ਪਠਨ ਸ਼ਰਵਨ ਨਿਤ ਕਰਹੁ ਬਿਸਾਲਾ। ਸ਼ਬਦ ਨੂੰ ਪੜ੍ਹਿਆ ਰੋਜ਼ ਕਰੋ। ਮਹਾਰਾਜ ਕਹਿੰਦੇ ਸੁਣਿਆ ਜ਼ਰੂਰ ਰੋਜ਼ ਕਰੋ, ਇਹਦਾ ਵੀ ਫਲ ਹੈ ਮਹਾਰਾਜ ਕਹਿੰਦੇ। ਹਾਂਜੀ। ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ। ਤੇ ਜਿਸ ਸਮੇਂ ਫਿਰ ਸ਼ਬਦ ਦ੍ਰਿੜ ਹੋ ਜਾਏਗਾ, ਸ਼ਬਦ ਅੰਦਰ ਵਸ ਜਾਏਗਾ। ਗੁਰ ਮੰਤਰ ਨੂੰ ਰੋਜ਼ ਪੜ੍ਹਨਾ ਹੈ, ਭਾਵ ਜਪਣਾ ਹੈ। ਜੀਭ ਤੋਂ ਜਪ ਕੇ ਕੰਨਾਂ ਤੋਂ ਸੁਣਨਾ। ਵਾਹਿਗੁਰੂ ਜੀਭ ਤੋਂ ਜਪਣਾ, ਕੰਨਾਂ ਤੋਂ ਸੁਣਨਾ। ਵਾਹਿਗੁਰੂ। ਮਹਾਰਾਜ ਕਹਿੰਦੇ ਫਿਰ ਇੱਕ ਸਮਾਂ ਐਸਾ ਆਏਗਾ ਦ੍ਰਿੜ ਹੋਏਗਾ, ਇਹ ਅੰਦਰ ਵਸ ਜਾਏਗਾ। ਹਾਂਜੀ। ਹੋਏ ਬੇਸਿਮਰਨ ਤਨ ਅਭਿਮਾਨ। ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਹਾਡੇ ਸਰੀਰ ਦਾ ਅਭਿਮਾਨ ਟੁੱਟ ਜਾਏਗਾ। ਫਿਰ ਭਾਵੇਂ ਕੰਮਕਾਰ ਵੀ ਕਰੋ, ਜੋ ਮਰਜ਼ੀ ਕਰੋ, ਗੁਰ ਮੰਤਰ ਦਾ ਜਾਪ ਤੁਹਾਡੇ ਅੰਦਰੋਂ ਬੰਦ ਨਹੀਂ ਹੋਏਗਾ, ਅੰਦਰ ਚੱਲਦਾ ਹੀ ਰਹੇਗਾ। ਅਜੱਪਾ ਜਾਪ ਜਿਹਨੂੰ ਕਹਿੰਦੇ ਆ, ਅੰਦਰ ਚੱਲਦਾ ਹੀ ਰਹੇਗਾ। ਤੇ ਮਹਾਰਾਜ ਕਹਿਣ ਲੱਗੇ ਫਿਰ ਤੁਹਾਡਾ ਕਲਿਆਣ ਹੋਏਗਾ, ਫਿਰ ਭਲਾ ਹੋ ਜਾਏਗਾ। ਆ ਜਾਂਦੀ ਗੁਰਮੁਖਾਂ ਤੇ ਅਵਸਥਾ ਸੰਗਤ ਜੀ, ਨਾਮ ਜਪਦੇ 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 ਆ ਜਾਂਦੀ ਅਵਸਥਾ, ਬੰਦਾ ਦੁਨੀਆ ਦਾ ਕੰਮਕਾਰ ਕਰੇ ਨਾਮ ਭੁੱਲਦਾ ਹੀ ਨਹੀਂ ਉਹਨੂੰ ਜੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਵਿਦਿਆ ਮਾਰਤੰਡ, ਪੰਥ ਰਤਨ ਮਹਾਂਪੁਰਖ। ਉਹਨਾਂ ਮਹਾਂਪੁਰਖਾਂ ਦੇ ਕੋਲ ਜਗਿਆਸੂ ਆਇਆ, ਕਹਿੰਦਾ ਜੀ ਮੈਂ ਕੀ ਕਰਿਆ ਕਰਾਂ। ਬਾਣੀ ਪੜ੍ਹਦਾ ਸੀਗਾ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਪੁਰਖਾ। ਕਹਿੰਦੇ ਜੀ ਕਿੰਨੇ ਪਾਠ ਕਰਿਆ ਕਰਾਂ। ਕਹਿੰਦੇ ਇੱਕ ਦਿਨ 'ਚ ਜਿੰਨੇ ਹੋ ਸਕਦੇ 100 ਪਾਠ ਵੀ ਉਹ ਜਪਜੀ ਸਾਹਿਬ ਦੇ ਕਰਿਆ ਕਰੇ ਜੀ। 12 ਸਾਲਾਂ ਬਾਅਦ ਮਹਾਂਪੁਰਖਾਂ ਨੂੰ ਮਿਲਿਆ। ਕਹਿੰਦਾ ਜੀ ਮਹਾਂਪੁਰਖੋ ਮੇਰੇ ਕੋਲੋਂ ਅਵੱਗਿਆ ਹੁੰਦੀ ਹੈ। ਮਹਾਂਪੁਰਖ ਕਹਿੰਦੇ ਦੱਸ ਕੀ ਅਵੱਗਿਆ ਹੁੰਦੀ ਹੈ। ਕਹਿੰਦਾ ਮੈਂ ਸਰੀਰਕ ਕਿਰਿਆ ਵੀ ਕਰਦਾ ਹੈ ਨਾ, ਉਦੋਂ ਵੀ ਜਪਜੀ ਸਾਹਿਬ ਅੰਦਰ ਚੱਲੀ ਜਾਂਦਾ ਹੈ, ਬੰਦ ਹੀ ਨਹੀਂ ਹੁੰਦਾ। ਗੱਜ ਕੇ ਆਖੋ ਜਪਜੀ ਸਾਹਿਬ ਦਾ ਪਾਠ ਬੰਦ ਹੀ ਨਹੀਂ ਹੁੰਦਾ। ਕਹਿੰਦਾ ਚੱਲੀ ਜਾਂਦਾ ਚੱਲੀ ਜਾਂਦਾ। ਮਹਾਂਪੁਰਖ ਕਹਿੰਦੇ ਅਵੱਗਿਆ ਨਹੀਂ ਹੋਈ, ਕਿਰਪਾ ਹੋ ਗਈ ਹੈ। ਕਹਿਣ ਲੱਗੇ ਹੁਣ ਕਿਰਪਾ ਹੋ ਗਈ ਤੇਰੇ ਤੇ। ਕਹਿਣ ਲੱਗੇ ਕਹਿੰਦਾ ਮੈਂ ਕੀ ਕਰਾਂ, ਸਫ਼ਰ ਤੇ ਵੀ ਜਾਣਾ, ਅੰਦਰੋਂ ਆਪੇ ਹੀ ਜਪਜੀ ਸਾਹਿਬ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ। ਉਹ ਅੰਦਰ ਵਾਲੇ ਨੇ ਪ੍ਰੈਕਟਿਸ ਹੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਹੁਣ ਬੰਦ ਨਹੀਂ ਹੋ ਸਕਦਾ ਜੀ। ਚੇਤਾ ਰੱਖਿਓ, ਬੰਦੇ ਦਾ ਅੰਦਰ ਹਰ ਸਮੇਂ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਅੰਦਰ ਨਹੀਂ ਤੇ ਚੁੱਪ ਹੁੰਦਾ ਬੰਦੇ ਦਾ। ਚੁੱਪ ਕਰਾਉਣ ਦਾ ਯਤਨ ਕਰ ਲਓ। ਤੁਸੀਂ ਸੋਚੋ ਵੀ ਮੈਂ ਮਨ ਨੂੰ ਚੁੱਪ ਕਰਾਉਣਾ, ਨਹੀਂ ਹੋ ਸਕਦਾ ਜੀ। ਹੁਣ ਵੀ ਤੁਹਾਡਾ ਮਨ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਜੀ। ਕੋਈ ਨਾ ਕੋਈ ਗੱਲ ਅੰਦਰ ਚੱਲਦੀ ਰਹਿੰਦੀ ਚੱਲਦੀ ਰਹਿੰਦੀ। ਅਭਿਆਸ ਕਰਨ ਦਾ ਵਾਧਾ ਇਹ ਹੈ ਵੀ ਫਿਰ ਅੰਦਰ ਸਿਮਰਨ ਚੱਲਣ ਲੱਗ ਪੈਂਦਾ ਸੰਗਤ ਜੀ। ਤੁਸੀਂ 2-3 ਦਿਨ ਲਗਾਤਾਰ ਲਾ ਲਓ। ਆਖੋ ਅਸੀਂ ਗੱਲਾਂ ਘੱਟ ਕਰਨੀਆਂ, ਨਾਮ ਜ਼ਿਆਦਾ ਜਪਣਾ। 3-4 ਤੀਜੇ ਚੌਥੇ ਦਿਨ ਪਿਆਰਿਓ ਜਦੋਂ ਵੇਲੇ ਹੋਵੋਗੇ ਵਾਹਿਗੁਰੂ ਵਾਹਿਗੁਰੂ ਅੰਦਰੋਂ ਆਪੇ ਚੱਲੇਗਾ ਜੀ। ਸਮਾਂ ਨਹੀਂ ਨਾ ਲਾਇਆ ਕਦੀ ਇਸ ਪਾਸੇ। ਹਾਂਜੀ।
ਤਬੈ ਤੁਮਰੀ ਹੋਵੈ ਕਲਿਆਣ। ਤਬ ਤੁਮਰੀ ਹੋਵੇ ਕਲਿਆਣ। ਮਹਾਰਾਜ ਕਹਿਣ ਲੱਗੇ ਫਿਰ ਤੇਰੀ ਕਲਿਆਣ ਹੋਏਗੀ, ਭਾਵ ਤੁਹਾਡੇ ਸਾਰਿਆਂ ਦਾ ਭਲਾ ਹੋਏਗਾ। ਸ਼ਬਦ ਦਾ ਅਭਿਆਸ ਕਰਿਆ ਕਰੋ। ਹਾਂਜੀ। ਨੀਰ ਪ੍ਰਵਾਹ ਹੋਤ ਹੈ ਜੈਸੇ, ਹਾਂਜੀ। ਸਨੈ ਸਨੈ ਉਲਟਹਿ ਬਿਦ ਕੈਸੇ। ਜਿਵੇਂ ਜਲ ਦਾ ਪ੍ਰਵਾਹ ਹੁੰਦਾ ਹੈ, ਹੌਲੀ ਹੌਲੀ ਕਿਸੇ ਵਿਧੀ ਨਾਲ ਉਲਟਦਾ ਹੈ ਨਾ। ਹੁਣ ਪਾਣੀ ਦਾ ਪ੍ਰਵਾਹ ਕੀ ਹੈ? ਟੈਂਕੀ ਤੋਂ ਥੱਲੇ ਆਉਣਾ, ਪਰ ਬਹੁਤ ਪ੍ਰੈਸ਼ਰ ਹੁੰਦਾ ਹੈ। ਹੌਲੀ ਹੌਲੀ ਪਹਿਲਾਂ ਯਤਨ ਕੀਤੇ ਜਾਂਦੇ, ਫਿਰ ਉਹ ਪਾਣੀ ਤਾਂ ਨੂੰ ਜਾਂਦਾ ਹੈ ਜੀ। ਹਾਂਜੀ। ਕਰੇ ਯਤਨ ਬਹੁ ਆਨ ਥਲ ਬਹਿ, ਹਾਂਜੀ। ਨਾਹੇ ਤਾਂ ਪ੍ਰਥਮ ਥਾਨ ਹੀ ਰਹੈ। ਮਹਾਰਾਜ ਕਹਿਣ ਲੱਗੇ ਪਾਣੀ ਦਾ ਸੁਭਾਅ ਹੈ, ਪਾਣੀ ਹਮੇਸ਼ਾ ਨੀਵੇਂ ਪਾਸੇ ਜਾਂਦਾ ਹੈ, ਪਰ ਜੇ ਤਾਂ ਚੜਾਉਣਾ ਹੋਵੇ ਯਤਨ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਫਿਰ ਜਾ ਕੇ ਉੱਪਰ ਜਿਹੜੀ ਟੈਂਕੀ ਉਹ ਭਰਦੀ ਹੈ ਸੰਗਤ ਜੀ। ਹਾਂਜੀ। ਪੂਰਬ ਕਰੀਐ ਮਨ ਨਿਵਾਣ, ਪਾਵਹੁ ਬੰਦ ਬ੍ਰਿਤ ਬ੍ਰਹਮ ਗਿਆਨ। ਮਹਾਰਾਜ ਕਹਿਣ ਲੱਗੇ ਪਹਿਲਾਂ ਫਿਰ ਨਿਮਰਤਾ ਦਾ ਅਭਿਆਸ ਕਰੋ, ਫਿਰ ਨਾਮ ਵਿੱਚ ਬਿਰਤੀ ਟਿਕਾਈ ਰੱਖੋ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਡਰਨ ਘਬਰਾਉਣ ਦੀ ਗੱਲ ਨਹੀਂ ਹੈਗੀ, ਲੱਗੇ ਰਹਿਣਾ, ਡਰਨਾ ਨਹੀਂ। ਬਸ ਸ਼ਬਦ ਦੇ ਅਭਿਆਸ 'ਚ ਲੱਗੇ ਰਹਿਣਾ। ਮੈਂ ਸੰਗਤ ਜੀ ਨੋਟ ਕਰ ਕਰਕੇ ਵੇਖਿਆ 5 ਮਿੰਟ ਘੜੀ ਦੇ ਟਾਈਮ ਨਾਲ ਵੀ ਮੈਂ 5 ਮਿੰਟ ਲਗਾਤਾਰ ਨਾਮ ਜਪਾਂ, ਮੁਸ਼ਕਲ ਹੋ ਜਾਂਦੀ ਹੈ। ਚੁੱਪ ਰਹਿ ਕੇ ਜਪਾਂ, ਮੁਸ਼ਕਲ ਹੋ ਜਾਂਦੀ ਹੈ। ਮਨ ਹੋਰ ਗੱਲਾਂ ਜਿਹੜੀਆਂ ਉਹ ਕਰਨ ਲੱਗ ਪੈਂਦਾ ਹੈ। ਪਰ ਕੋਈ ਨਹੀਂ, 2 ਮਿੰਟ 3 ਮਿੰਟ 2.5 ਮਿੰਟ ਥੋੜਾ ਸਮਾਂ ਜਪਦਾ, ਸਮੇਂ ਨਾਲ ਬਹੁਤਾ ਸਮਾਂ ਵੀ ਜਪੇਗਾ। ਗੱਜ ਕੇ ਆਖੋ। ਪਰ ਇਮਾਨਦਾਰੀ ਦੇ ਨਾਲ ਇਸ ਪਾਸੇ ਅਭਿਆਸ ਕਰਕੇ ਤੁਰੋਗੇ ਤਾਂ ਗੱਲ ਬਣੇਗੀ। ਅੱਜ ਇਹ ਲੜੀਵਾਰ ਪ੍ਰਸੰਗ ਆਪ ਜੀ ਇੰਨਾ ਹੀ ਸਰਵਣ ਕਰੋ। ਅੱਜ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦੇਣਾ ਹੈ। ਇਤਿਹਾਸ ਦੇ ਵਿੱਚ 6ਵੇਂ ਪਾਤਸ਼ਾਹ ਦੇ ਇਤਿਹਾਸ ਤੱਕ ਸਭ ਤੋਂ ਛੋਟੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਦੋਂ ਉਹ ਗੁਰਤਾ ਗੱਦੀ ਤੇ ਬੈਠੇ। ਗੁਰੂ ਅੰਗਦ ਦੇਵ ਮਹਾਰਾਜ 31 ਕੁ ਸਾਲਾਂ ਦੇ ਸਨ। ਗੁਰੂ ਅਮਰਦਾਸ ਸਾਹਿਬ ਵਡੇਰੀ ਉਮਰ ਦੇ ਸਨ। ਗੁਰੂ ਰਾਮਦਾਸ ਜੀ 40 ਸਾਲਾਂ ਦੇ ਸਨ। 5ਵੇਂ ਪਾਤਸ਼ਾਹ 18 ਸਾਲਾਂ ਦੇ ਸਨ ਜਦੋਂ ਗੁਰਤਾ ਗੱਦੀ ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਕੇਵਲ 11 ਸਾਲਾਂ ਦੇ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਨੇ ਜੀ। ਕੇਵਲ 11 ਸਾਲਾਂ ਦੇ ਜੀ। ਆ ਸਾਹਮਣੇ ਬੱਚਾ ਬੈਠਾ ਕਿੰਨੇ ਸਾਲਾਂ ਦਾ ਹੈ? 11 ਸਾਲਾਂ ਦਾ ਹੀ ਸੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂ, 11 ਸਾਲਾਂ ਦਾ। ਤੇ ਉਂਝ 6ਵੇਂ ਪਾਤਸ਼ਾਹ ਦਾ ਸਰੀਰ ਬੜਾ ਵੱਡਾ ਸੀਗਾ ਜੀ, ਬਚਪਨ ਤੋਂ ਹੀ ਸਰੀਰ ਰਿਸ਼ਟ ਪੁਸ਼ਟ ਬਲੀ ਸਰੀਰ ਸੀਗਾ। 11 ਸਾਲਾਂ ਦੇ ਬੱਚੇ ਦੀ ਕੀ ਉਮਰ ਹੁੰਦੀ ਤੇ 11 ਸਾਲਾਂ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ ਹੈਗੇ ਜੀ। 11 ਸਾਲ ਦੇ ਜੀ। ਅੱਜ ਜਿਹੜਾ ਗੁਰਤਾ ਗੱਦੀ ਦਿਵਸ ਹੈ ਇਹ ਕੀ ਇਹਦਾ ਕਾਰਨ ਹੈ? ਕਿਵੇਂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ? ਉਹਦਾ ਕਾਰਨ ਇਹ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਸੱਦਿਆ ਗਿਆ। ਮਹਾਰਾਜ ਲਾਹੌਰ ਜਾਣ ਤੋਂ 1 ਰਾਤ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਚਨ ਕਰਦੇ ਆ, ਮਾਤਾ ਗੰਗਾ ਜੀ ਦੇ ਨਾਲ ਬਚਨ ਕਰਦੇ। ਮਾਤਾ ਗੰਗਾ ਜੀ ਨੂੰ ਇਹ ਗੱਲ ਕਹੀ, ਗੰਗਾ ਜੀ ਅਸੀਂ ਸਵੇਰੇ ਲਾਹੌਰ ਜਾਣਾ, ਪਰਤ ਕੇ ਵਾਪਸ ਨਹੀਂ ਆਉਣਾ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਫਿਰ ਮੈਂ ਵੀ ਸਰੀਰ ਤਿਆਗ ਦੇਣਾ। ਮਹਾਰਾਜ ਕਹਿੰਦੇ ਨਹੀਂ ਗੰਗਾ ਜੀ ਤੁਸੀਂ ਤੇ ਪੋਤਰਿਆਂ ਦੇ ਵੀ ਦਰਸ਼ਨ ਕਰਨੇ ਆ ਆਪਣੇ। ਬੜਾ ਸਮਾਂ ਪਿਆ ਜੇ ਕਹਿਣ ਲੱਗੇ। ਮਾਤਾ ਗੰਗਾ ਜੀ ਨੂੰ ਮਹਾਰਾਜ ਨੇ ਸਮਝਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਡੇ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਦੇਣੀ ਹੈ, ਸਾਡੇ ਪੁੱਤਰ ਨੂੰ ਦੇ ਦੇਣੀ ਹੈ। ਜਦੋਂ ਮਾਤਾ ਗੰਗਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਉਹ ਤੇ ਹੈ ਹੀ 11 ਸਾਲਾਂ ਦੇ ਅਜੇ, ਛੋਟੀ ਜਿਹੀ ਉਮਰ ਹੈ, ਇੰਨੀ ਵੱਡੀ ਗੁਰਤਾ ਗੱਦੀ ਦਾ ਭਾਰ ਕਿਵੇਂ ਸਾਂਭਣਗੇ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਗੰਗਾ ਜੀ ਇਹ ਗੱਦੀ ਕਿਸੇ ਵਿਅਕਤੀ ਦੀ ਨਹੀਂ, ਗੁਰੂ ਨਾਨਕ ਸਾਹਿਬ ਜੀ ਦੀ ਹੈ।
ਅਸੀਂ ਬਚਨ ਦੇ ਰਹੇ ਹਾਂ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਿਓ, ਇਹਨਾਂ ਦਾ ਪ੍ਰਤਾਪ ਸਾਡੇ ਤੋਂ ਵੀ ਵੱਧ ਹੋਣਾ ਕਹਿਣ ਲੱਗੇ। ਇਹਨਾਂ ਦਾ ਪ੍ਰਤਾਪ ਸਾਡੇ ਤੋਂ ਵੱਧ ਹੋਏਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਗੁਰਤਾ ਗੱਦੀ ਤੇ ਸੱਜੇ ਆ। ਹਰਿਮੰਦਰ ਸਾਹਿਬ ਵਿੱਚ ਅੱਜ ਦੇ ਦਿਨ ਜਲੌ ਸੱਜਦਾ ਹੈ ਜੀ। ਬੜੇ ਗੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਬਹੁਤ ਗੁਣ। ਮਹਾਰਾਜ ਬੜੇ ਦਿਆਲੂ ਕਿਰਪਾਲੂ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਜਿਹੜੇ ਤੇ ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋ ਗਏ ਨਾ ਜੀ, ਉਹਨੂੰ ਬੜਾ ਕੁਝ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਧਿਆਨ ਨਾਲ ਸੁਣਿਓ, ਇੱਕ ਵਾਰੀ ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਭਾਈ ਸਾਧਾ ਤੇ ਰੂਪਾ ਪਿਓ ਪੁੱਤ ਨੇ ਜੀ, ਦੋਵੇਂ ਕੰਮ ਕਰਦੇ ਤਰਖਾਣ ਦਾ ਜੀ, ਲੱਕੜਾਂ ਵੱਢਦੇ ਆ। ਪਿੰਡ ਵਾਲੇ ਬੜਾ ਮਾੜਾ ਸਮਝਦੇ ਉਹਨਾਂ ਨੂੰ, ਗਰੀਬ ਬੜੇ ਨੇ ਜੀ। ਰੂਪੇ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀਗਾ ਜੀ। ਰੂਪੇ ਨੂੰ ਬਚਪਨ 'ਚ ਜਦੋਂ ਲੈ ਕੇ ਆਏ, ਸੋਹਣਾ ਬੜਾ ਸੀ। ਮਹਾਰਾਜ ਕਹਿੰਦੇ ਇਹ ਤੇ ਰੂਪਵਾਨ ਹੈ, ਇਹਦਾ ਨਾਮ ਰੂਪਾ ਰੱਖ ਦਿੰਦੇ। ਰੂਪੇ ਨੂੰ ਗੁਰੂ ਹਰਗੋਬਿੰਦ ਸਾਹਿਬ ਬੜਾ ਪਿਆਰ ਕਰਦੇ ਸਨ ਜੀ। ਮਹਾਰਾਜ ਨੇ ਉਹਦੇ ਪਿਤਾ ਨੂੰ ਕਿਹਾ ਸੀ, ਭਾਈ ਸਾਧੇ ਨੂੰ। ਮਹਾਰਾਜ ਕਹਿੰਦੇ ਸਾਧੇ ਤੂੰ ਤੇ ਸਾਡਾ ਸਿੱਖ ਹੈ, ਪਰ ਜਿਹੜਾ ਤੇਰਾ ਪੁੱਤਰ ਹੋਏਗਾ ਤੇਰੇ ਤੋਂ ਵੀ ਵੱਡਾ ਸਾਡਾ ਸਿੱਖ ਹੋਏਗਾ ਕਹਿਣ ਲੱਗੇ। ਸੰਗਤ ਜੀ, ਭਾਈ ਰੂਪਾ ਜਿੱਥੇ ਕਿੱਥੇ ਨਹੀਂ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਚਾਹੁੰਦਾ ਜੀ। ਗਰਮੀਆਂ ਦਾ ਸਮਾਂ, ਜੇਠ ਦਾ ਮਹੀਨਾ, ਇਹ ਮੈਂ ਤਾਂ ਸੁਣਾਉਣ ਲੱਗਾ। ਜੇਠ ਦੇ ਮਹੀਨੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ। ਸਾਖੀ ਵੀ ਜੇਠ ਦੇ ਮਹੀਨੇ ਦੀ ਹੈ। ਜੇਠ ਦਾ ਮਹੀਨਾ ਹੈ, ਗਰਮ ਗਰਮ ਹਵਾਵਾਂ ਚੱਲਦੀਆਂ ਨੇ। ਪਿਓ ਪੁੱਤ ਦੋਵੇਂ ਬਾਹਰ ਕੰਮ ਕਰਨ ਗਏ ਹੈ, ਤੇ ਕੁੱਜੇ ਦੇ ਵਿੱਚ ਨਾਲ ਪਾਣੀ ਲੈ ਕੇ ਜਾਂਦੇ ਸੀਗੇ ਜੀ। ਪਾਣੀ ਲਿਆ ਸੰਗਤ ਜੀ, ਉੱਪਰ ਐ ਬੰਨ੍ਹ ਕੇ ਨਾ ਰੱਸੀ ਨਾਲ, ਤੇ ਰੁੱਖ ਦੇ ਨਾਲ ਬੰਨ੍ਹ ਦਿੱਤਾ। ਦੁਪਹਿਰ ਦਾ ਸਮਾਂ, ਭਾਈ ਰੂਪੇ ਨੂੰ ਪਿਆਸ ਲੱਗੀ ਜੀ। ਕਹਿੰਦਾ ਮੈਂ ਪਾਣੀ ਪੀਣਾ। ਉਹ ਲਾਇਆ ਥੱਲੇ ਪਾਣੀ ਦਾ ਕੁੱਜਾ। ਜਦੋਂ ਲਾਇਆ, ਪਾਣੀ ਠੰਡਾ ਬੜਾ ਹੈ। ਜਦੋਂ ਪਾਣੀ ਵੇਖਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਆਈ ਜੀ। ਪਿਓ ਕਹਿਣ ਲੱਗਾ ਪੁੱਤ ਪਾਣੀ ਨਹੀਂ ਪੀਤਾ। ਪੁੱਤ ਕਹਿਣ ਲੱਗਾ ਪਿਤਾ ਜੀ ਹਮ ਤੋ ਅਹੈ ਮਿਹਨਤੀ ਲੋਗ, ਆਸ ਸ਼ੁਭ ਵਸਤ ਨ ਹਮਰੇ ਯੋਗ। ਕਹਿੰਦਾ ਪਿਤਾ ਜੀ ਅਸੀਂ ਤੇ ਮਿਹਨਤੀ ਬੰਦੇ ਹੈਗੇ ਆ, ਦਿਹਾੜੀ ਲਾਉਣ ਵਾਲੇ। ਇਹ ਠੰਡਾ ਪਾਣੀ ਬੜਾ ਕੀਮਤੀ ਹੈ, ਇਹ ਸਾਡੇ ਪੀਣ ਦੇ ਯੋਗ ਨਹੀਂ ਹੈਗਾ। ਉਦੋਂ ਫਰਿੱਜ ਨਹੀਂ ਸੀ ਹੁੰਦੀ ਜੀ, ਗਰਮ ਪਾਣੀ ਪੀਣੇ ਪੈਂਦੇ ਸੀਗੇ ਜੀ। ਮਸਾਂ ਹੀ ਠੰਡਾ ਪਾਣੀ ਹੁੰਦਾ ਸੀਗਾ। ਪੁੱਤਰ ਫਿਰ ਇਹ ਠੰਡਾ ਪਾਣੀ ਕਿਹਦੇ ਲਈ ਹੈ? ਤੇ ਰੂਪੇ ਦੀ ਉਮਰ ਛੋਟੀ ਜੀ ਹੈ। ਭਾਈ ਰੂਪਾ ਕਹਿੰਦਾ ਇਹ ਠੰਡਾ ਪਾਣੀ ਗੁਰੂ ਹਰਗੋਬਿੰਦ ਸਾਹਿਬ ਪੀਣਗੇ। ਪੁੱਤਰ ਤੂੰ ਪਾਣੀ ਬਚਾਈ ਰੱਖੇਗਾ? ਕਹਿਣ ਲੱਗੇ ਪਿਤਾ ਜੀ ਮੇਰਾ ਜੀ ਨਹੀਂ ਕਰਦਾ ਪਾਣੀ ਪੀਣ ਦਾ। ਕਮਾਲ ਦੀ ਗੱਲ ਹੈ ਸੰਗਤ ਜੀ, ਪਿਆਰ ਤੇ ਸ਼ਰਧਾ ਵੇਖ ਲਓ। ਪਿਆਸ ਆਪ ਨੂੰ ਲੱਗੀ ਹੋਵੇ, ਪਾਣੀ ਸਾਹਮਣੇ ਹੋਵੇ, ਸਿੱਖ ਕਵੇ ਮੈਂ ਪਾਣੀ ਨਹੀਂ ਪੀਣਾ, ਪਾਣੀ ਠੰਡਾ ਹੈ, ਗੁਰੂ ਸਾਹਿਬ ਪੀਣਗੇ। ਭਾਈ ਸਾਧਾ ਚੁੱਪ ਕਰ ਗਿਆ। ਕੁਝ ਸਮੇਂ ਬਾਅਦ ਭਾਈ ਸਾਧੇ ਨੂੰ ਵੀ ਪਿਆਸ ਲੱਗੀ ਜੀ। ਭਾਈ ਸਾਧਾ ਪਾਣੀ ਪੀਣ ਲੱਗਾ। ਉਹਨੇ ਪਾਣੀ ਠੰਡਾ ਵੇਖਿਆ। ਉਹਨੇ ਸੋਚਿਆ ਮੇਰੇ ਪੁੱਤਰ ਨੇ ਨਹੀਂ ਪੀਣਾ ਤੇ ਮੈਂ ਕਿਉਂ ਪੀਵਾਂ। ਅੱਤ ਦੀ ਗਰਮੀ, ਜੰਗਲ ਦੇ ਵਿੱਚ ਨੇ। ਦੋਵੇਂ ਪਿਓ ਪੁੱਤ ਬੇਹੋਸ਼ ਹੋਣ ਤੱਕ ਆ ਗਏ, ਪਰ ਪਾਣੀ ਨਹੀਂ ਪੀਤਾ। ਵੀ ਪਾਣੀ ਗੁਰੂ ਹਰਗੋਬਿੰਦ ਸਾਹਿਬ ਪੀਣਗੇ ਜੀ। ਗੱਜ ਕੇ ਆਖੋ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਭਾਈ ਕੀ ਡਰੌਲੀ ਸਨ ਜੀ। 20-30 ਕੋਹ ਦਾ ਸਫ਼ਰ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਭਾਈ ਕੀ ਡਰੌਲੀ ਦੇ ਵਿੱਚ ਬੈਠੇ। ਕਮਰੇ ਦੇ ਵਿੱਚ ਭਾਈ ਸਾਈਂ ਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੱਖਾ ਚੱਲ ਰਿਹਾ ਜੀ। ਠੰਡਾ ਕਮਰਾ ਕੀਤਾ, ਪਾਣੀ ਤਰੌਂਕਿਆ, ਠੰਡਾ ਕਮਰਾ ਕੀਤਾ। ਮਹਾਰਾਜ ਠੰਡੇ ਕਮਰੇ ਵਿੱਚੋਂ ਉੱਠੇ, ਘੋੜੇ ਦੇ ਉੱਤੇ ਕਾਠੀ ਪਵਾਈ ਤੇ ਇਕੱਲੇ ਹੀ ਸੱਚੇ ਪਾਤਸ਼ਾਹ ਚਲੇ ਗਏ।
ਜੰਗਲ ਦੇ ਵਿੱਚ। ਉਹ ਦੋਵੇਂ ਪਿਓ ਪੁੱਤ ਪਾਣੀ ਨਹੀਂ ਪੀਤਾ, ਬੇਹੋਸ਼ ਹੋ ਗਏ ਜੀ। ਬੇਹੋਸ਼ ਹੋਏ ਪਏ, ਡਿੱਗੇ ਪਏ ਐ, ਸਰੀਰ ਦੀ ਸੋਝੀ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਕਿੱਡੇ ਵੱਡੇ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਜੰਗਲ ਦੇ ਵਿੱਚ ਘੋੜੇ ਤੇ ਆ ਰਹੇ ਆ, ਉਹਨਾਂ ਦੇ ਲਾਗੇ ਲਾਗੇ ਤੁਰੇ ਫਿਰਨ ਤੇ ਉੱਚੀ ਉੱਚੀ ਕਹਿਣ, ਸਾਨੂੰ ਪਿਆਸ ਲੱਗੀ, ਕੋਈ ਪਾਣੀ ਪਿਆ ਦਿਓ। ਵੇਖੋ ਪਿਆਰ, ਸਾਨੂੰ ਪਿਆਸ ਲੱਗੀ ਹੈ, ਕੋਈ ਪਾਣੀ ਪਿਆ ਦਿਓ। ਤੇ ਸੰਗਤ ਜੀ ਉਸ ਸਮੇਂ ਭਾਈ ਸਾਧੇ ਦੀ ਜਾਗ ਖੁੱਲੀ ਵੀ ਕੌਣ ਹੈ ਜਿਹਨੂੰ ਪਿਆਸ ਲੱਗੀ ਹੈ। ਜਦੋਂ ਅੱਖਾਂ ਖੋਲੀਆਂ, ਘੋੜੇ ਦੇ ਉੱਤੇ ਆਪ ਮੇਰੀ ਪੇਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਏ ਨੇ ਜੀ। ਰੂਪੇ ਨੂੰ ਉਠਾਇਆ, ਰੂਪਿਆ ਉੱਠ ਵੇਖ ਕੌਣ ਆਇਆ ਪਾਣੀ ਮੰਗਦਾ ਹੈ। ਭਾਈ ਰੂਪਾ ਉੱਠਿਆ, ਬੇਹੋਸ਼ ਹੋਇਆ ਸੀਗਾ, ਉੱਠਿਆ, ਜਦੋਂ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੇ, ਪਿਆਰਿਓ ਪਿਓ ਪੁੱਤ ਨੂੰ ਚਾਅ ਚੜ ਗਿਆ। ਬੇਨਤੀ ਕੀਤੀ, ਮਹਾਰਾਜ ਅਸੀਂ ਤੇ ਪਾਣੀ ਕਰਕੇ ਹੀ ਤੇ ਇੱਥੇ ਬੈਠੇ ਆ। ਮਹਾਰਾਜ ਘੋੜੇ ਤੋਂ ਉਤਰੇ, ਭਾਈ ਰੂਪੇ ਨੇ ਮਹਾਰਾਜ ਨੂੰ ਬਿਠਾਉਣਾ ਥੱਲੇ ਜ਼ਮੀਨ ਤੇ। ਕਿਵੇਂ ਬਿਠਾਵੇ? ਆਪਣੇ ਗਲ ਦਾ ਝੱਗਾ ਲਾਇਆ ਜੀ। ਝੱਗਾ ਸਮਝਦੇ? ਕਮੀਜ਼ ਆਪਣੀ, ਕੁੜਤਾ ਲਾਇਆ, ਉਹ ਧਰਤੀ ਤੇ ਵਿਛਾਇਆ ਜੀ। ਧਰਤੀ ਤੇ ਵਿਛਾ ਕੇ ਕਹਿੰਦੇ ਮਹਾਰਾਜ ਇਹਦੇ ਤੇ ਬੈਠੋ ਸੱਚੇ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਬੈਠ ਗਏ। ਸੱਚੇ ਪਾਤਸ਼ਾਹ ਮਹਾਰਾਜ ਆਹ ਵੇਖੋ ਠੰਡਾ ਜਲ ਤੁਹਾਡੇ ਲਈ ਰੱਖਿਆ। ਹੁਣ ਉਹ ਪੀਣਾ ਕਿਵੇਂ ਸੀਗਾ? ਬੁੱਕਣਾ ਨਹੀਂ ਸੀ ਪੀਂਦੇ। ਪਿਆਉਣਾ ਕਿਵੇਂ ਸੀ? ਪੱਤਿਆਂ ਦਾ ਡੂਨਾ ਬਣਾਇਆ ਜੀ। ਇਹ ਜਿਹੜੇ ਡੂਨੇ ਪੱਤਲ ਪੱਤਿਆਂ ਦੇ ਹੁੰਦੇ ਨੇ, ਪੱਤਿਆਂ ਦਾ ਡੂਨਾ ਬਣਾਇਆ, ਉਹਦੇ ਵਿੱਚ ਜਲ ਪਾਇਆ, ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਇਆ ਜੀ। ਕਵੀ ਰਾਜ ਭਾਈ ਸੰਤੋਖ ਸਿੰਘ ਦੱਸਦੇ, ਕਹਿੰਦੇ ਸੋਨੇ ਚਾਂਦੀ ਦੇ ਬਰਤਨਾਂ 'ਚ ਪਾਣੀ ਪੀਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਪਿਓ ਪੁੱਤ ਦੇ ਸਾਹਮਣੇ ਪੱਤਿਆਂ ਦੇ ਵਿੱਚ ਜਲ ਛਕਦੇ ਐ। ਪੱਤੇ ਵਾਹਿਗੁਰੂ ਡੂਨੇ 'ਚ ਜਲ ਛਕਦੇ ਪੱਤਿਆਂ ਦੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਪਾਣੀ ਤੇ ਬੜੀ ਵਾਰੀ ਛਕਿਆ ਸੀਗਾ, ਜਲ ਤੇ ਬੜੀ ਵਾਰੀ ਛਕਿਆ, ਇਹੋ ਜਿਹਾ ਜਲ ਨਹੀਂ ਸੀ ਛਕਿਆ ਜੀ। ਗੱਲ ਕਾਹਦੀ ਹੈ? ਗੱਲ ਪਿਆਰ ਦੀ ਹੈ ਸੰਗਤ ਜੀ। ਇਹੋ ਜਿਹਾ ਜਲ ਨਹੀਂ ਸੀ ਮਹਾਰਾਜ ਕਹਿੰਦੇ ਕਦੀ ਛਕਿਆ। ਉਹੋ ਹੀ ਆਪਣਾ ਬਚਿਆ ਜਲ ਭਾਈ ਰੂਪੇ ਨੂੰ ਦਿੱਤਾ, ਸਾਧੇ ਨੂੰ ਦਿੱਤਾ ਜੀ। ਹੁਣ ਮਹਾਰਾਜ ਕਹਿੰਦੇ ਭਾਈ ਰੂਪੇ ਕੁਝ ਮੰਗ ਲੈ। ਭਾਈ ਰੂਪਾ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ, ਗਰੀਬ ਆਦਮੀ, ਸਾਡੇ ਰੱਖਿਆ ਪਾਣੀ ਪੀਣ ਵਾਸਤੇ ਆਪ ਇੰਨੀ ਦੂਰ ਚੱਲ ਕੇ ਆਏ ਹੋ, ਸੱਚੇ ਪਾਤਸ਼ਾਹ ਸਾਨੂੰ ਕੁਝ ਨਹੀਂ ਚਾਹੀਦਾ। ਮਹਾਰਾਜ ਕਹਿਣ ਲੱਗੇ ਭਾਈ ਰੂਪੇ ਕੁਛ ਮੰਗ ਲੈ। ਭਾਈ ਰੂਪਾ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਭਾਈ ਰੂਪੇ ਤੂੰ ਸਾਨੂੰ ਬਿਠਾਉਣ ਵਾਸਤੇ ਆਪਣੇ ਤਨ ਦਾ ਚੋਲਾ ਲਾਇਆ, ਧਰਤੀ ਤੇ ਵਿਛਾਇਆ, ਸਾਨੂੰ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹੀ ਚੋਗਾ ਪਾਇਆ ਸੀਗਾ ਜੀ। ਇੱਕ ਕੁੜਤਾ ਹੁੰਦਾ, ਕੁੜਤੇ ਦੇ ਉੱਤੇ ਫਿਰ ਚੋਗਾ ਹੁੰਦਾ ਹੈ ਜੀ, ਤਨੀਆਂ ਵਾਲਾ। ਮਹਾਰਾਜ ਨੇ ਉਹ ਚੋਗਾ ਲਾਇਆ ਤੇ ਨਾਲ ਸਤਿਗੁਰੂ ਨੇ ਸ਼ਸਤਰ ਲਾਏ ਆਪਣੇ ਜੀ। ਲੱਭਦੇ ਲੱਭਦੇ ਪਿੱਛਾ ਕਰਦੇ ਕਰਦੇ ਬਾਬਾ ਬਿਧੀ ਚੰਦ ਜੀ ਹੁਣੀ ਵੀ ਸਾਰੇ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰੂਪੇ ਤੂੰ ਸਾਡੇ ਵਾਸਤੇ ਚੋਗਾ ਲਾਇਆ ਸੀਗਾ ਆਪਣਾ, ਲੈ ਹੁਣ ਸਾਡਾ ਚੋਲਾ ਪਾਲਾ ਕਹਿਣ ਲੱਗੇ, ਸਾਡਾ ਪਾਲਾ ਕਹਿਣ ਲੱਗੇ, ਆ ਸ਼ਸਤਰ ਸਾਡੇ ਪਾਲਾ ਕਹਿਣ ਲੱਗੇ। ਭਾਈ ਰੂਪੇ ਨੇ ਤੈਅ ਕੀਤੇ, ਉਹ ਚੋਗਾ ਤੇ ਸ਼ਸਤਰ ਆਪਣੇ ਸਿਰ ਤੇ ਰੱਖ ਲਏ। ਸਤਿਗੁਰੂ ਮਹਾਰਾਜ ਤੁਹਾਡੇ ਬਸਤਰ ਹੋਣ, ਅਸੀਂ ਨੌਕਰ ਬੰਦੇ
ਤੁਹਾਡੇ ਦਿੱਤੇ ਬਸਤਰ, ਵਾਹਿਗੁਰੂ ਤੁਹਾਡੇ ਬਸਤਰ ਪਾ ਲਈਏ। ਮਹਾਰਾਜ ਤੁਹਾਡੇ ਕੱਪੜਿਆਂ ਦੀ ਤਾਂ ਅਸੀਂ ਪੂਜਾ ਕਰਾਂਗੇ, ਤੁਹਾਡੇ ਸ਼ਸਤਰਾਂ ਦੀ ਅਸੀਂ ਪੂਜਾ ਕਰਾਂਗੇ। ਗੱਜ ਕੇ ਆਖੋ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ। ਮਹਾਰਾਜ ਕਹਿੰਦੇ ਭਾਈ ਰੂਪੇ, ਕੱਪੜਿਆਂ ਦੀ ਤੇ ਕਮੀ ਨਹੀਂ ਤੈਨੂੰ ਰਹੇਗੀ, ਤੂੰ ਸਾਡੇ ਸ਼ਸਤਰ ਦਾ ਸਤਿਕਾਰ ਕੀਤਾ ਹੈ, ਜਾ ਅੱਜ ਤੋਂ ਬਾਅਦ ਤੇਰੀ ਜ਼ੁਬਾਨ ਹੀ ਸ਼ਸਤਰ ਹੋਏਗੀ। ਕਹਿਣ ਲੱਗੇ ਜਿਹਨੂੰ ਕਹੇਗਾ ਮਰ ਜਾ, ਮਰ ਜਾਏਗਾ, ਤੇਰੀ ਜ਼ੁਬਾਨ ਸ਼ਸਤਰ ਵਾਂਗੂ ਚੱਲੇਗੀ। ਮਹਾਰਾਜ ਕਹਿਣ ਲੱਗੇ ਭਾਈ ਰੂਪੇ, ਕਹਿਣ ਲੱਗੇ ਜਾ ਕੇ ਲੰਗਰ ਚਲਾ ਆਪਣੇ ਨਗਰ ਵਿੱਚ। ਭਾਈ ਰੂਪੇ ਨੇ ਬੇਨਤੀ ਕੀਤੀ, ਸਤਿਗੁਰੂ ਆਪ ਨੇ ਬਚਨ ਕੀਤਾ ਲੰਗਰ ਚਲਾ। ਮਹਾਰਾਜ ਸਾਡਾ ਤੇ ਬੁਰਾ ਹਾਲ ਹੈ, ਪਿੰਡ 'ਚ ਪੁੱਛਦਾ ਕੋਈ ਨਹੀਂ, ਗਰੀਬ ਬੰਦੇ ਆ, ਜੇ ਲੰਗਰ ਲਾ ਵੀ ਲਿਆ ਕਿਸੇ ਨੇ ਛਕਣ ਹੀ ਨਹੀਂ ਆਉਣਾ। ਪਿੰਡ ਵਾਲੇ ਸਾਡੇ ਨਾਲ ਈਰਖਾ ਕਰਦੇ ਨੇ। ਗੱਜ ਕੇ ਆਖੋ। ਪਿੰਡ ਵਾਲੇ ਸਾਡੇ ਨਾਲ ਈਰਖਾ ਕਰਦੇ ਆ, ਲੜਦੇ ਆ, ਝਗੜਦੇ ਆ, ਬੁਰਾ ਬੋਲਦੇ ਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਸ ਇੰਨੀ ਗੱਲ ਹੀ ਹੈ? ਕਹਿੰਦੇ ਮਹਾਰਾਜ ਹਾਂ। ਮਹਾਰਾਜ ਕਹਿਣ ਲੱਗੇ ਲੈ ਭਾਈ ਰੂਪੇ, ਪਿੰਡ ਵਾਲੇ ਤੇਰੇ ਨਾਲ ਈਰਖਾ ਕਰਦੇ ਆ, ਅਸੀਂ ਪਿੰਡ ਹੀ ਤੇਰਾ ਨਵਾਂ ਵਸਾ ਦਿੰਦੇ। ਕਹਿਣ ਲੱਗੇ ਪਿੰਡ ਹੀ ਤੇਰਾ ਹੋਏਗਾ। ਕਹਿਣ ਲੱਗੇ ਸਤਿਗੁਰ ਵਿੱਚ ਵੱਡੀ ਵਡਿਆਈ। ਜਦੋਂ ਗੁਰੂ ਸਾਹਿਬ ਦੇਣ ਤੇ ਆਉਣ, ਕੋਈ ਛੋਟੀ ਜੀ ਵਸਤੂ ਥੋੜੀ ਦੇਣੀ ਹੈ। ਫਿਰ ਮਹਾਰਾਜ ਵੱਡੇ ਨੇ, ਵੱਡੀਆਂ ਵਸਤੂਆਂ ਹੀ ਮਹਾਰਾਜ ਦਿੰਦੇ ਆ। ਪਿੰਡ ਹੀ ਤੇਰਾ, ਜਾ ਮੋੜੀ ਗੱਡੀ। ਪਿਓ ਪੁੱਤ ਨੂੰ ਕਹਿੰਦੇ ਆ ਕਿਹਦੇ ਨਾਮ ਤੇ ਪਿੰਡ ਦਾ ਨਾਮ ਰੱਖੀਏ? ਪਿਓ ਕਹਿੰਦਾ ਮਹਾਰਾਜ ਰੂਪੇ ਨਾਲ ਤੁਹਾਡਾ ਜ਼ਿਆਦਾ ਪਿਆਰ, ਰੂਪੇ ਦੇ ਨਾਂ ਤੇ ਰੱਖ ਦਿਓ। ਨਗਰ ਵਸਾਇਆ ਤੇ ਨਾਮ ਰੱਖਿਆ ਭਾਈ ਰੂਪਾ। ਗਰੀਬ ਬੰਦਾ ਜਿਹਦਾ ਆਪਣਾ ਘਰ ਨਹੀਂ ਸੀ, ਪੂਰਾ ਪਿੰਡ ਹੀ ਬਣਾ ਦਿੱਤਾ ਜੀ ਉਹਦਾ। ਜੀ 7 ਵਿਆਹ ਹੋਏ ਜੀ ਭਾਈ ਰੂਪੇ ਦੇ। ਜੀ ਗੱਜ ਕੇ ਆਖੋ ਵਾਹਿਗੁਰੂ। 7 ਵਿਆਹ ਨਹੀਂ, ਮਾਫੀ ਬਖਸ਼ਿਓ, 7 ਪੁੱਤਰ ਹੋਏ ਨੇ ਭਾਈ ਰੂਪੇ ਦੇ। ਜੀ 7 ਪੁੱਤਰ ਹੋਏ ਭਾਈ ਰੂਪੇ ਦੇ, ਬੜਾ ਵੱਡਾ ਪਰਿਵਾਰ ਉਹਦਾ। ਅੱਜ ਵੀ ਭਾਈ ਰੂਪੇ ਨਗਰ ਵਿੱਚ ਵਸਦਾ ਹੈ। ਤੁਸੀਂ ਜਾ ਕੇ ਆਪਣੀਆਂ ਅੱਖਾਂ ਨਾਲ ਇੱਥੋਂ ਦੀਆਂ ਸੰਗਤਾਂ ਵੇਖ ਕੇ ਆਏ ਹੋ। ਅੱਜ ਤੋਂ 4 ਕੁ ਸਾਲ ਪਹਿਲਾਂ ਆਪਾਂ ਗਏ ਸਾਂ ਉੱਥੇ ਜੀ ਸਾਰੇ। ਮਹਾਰਾਜ ਦੀਆਂ ਬਖਸ਼ਿਸ਼ਾਂ ਅਟੱਲ ਹਨ, ਵੱਡੀਆਂ ਬਖਸ਼ਿਸ਼ਾਂ ਹਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ। ਜੀ ਮਹਾਰਾਜ ਕਹਿਣ ਲੱਗੇ ਤੇਰੇ ਘਰ ਉਹਨਾਂ ਚਿਰ ਬਰਕਤਾਂ ਰਹਿਣਗੀਆਂ ਜਿੰਨਾ ਚਿਰ ਤੇਰੇ ਘਰ ਲੰਗਰ ਰਹੇਗਾ। ਜਦੋਂ ਲੰਗਰ ਹਟ ਗਿਆ ਉਦੋਂ ਬਰਕਤਾਂ ਘਟ ਗਈਆਂ। ਬੜਾ ਕੁਝ ਸੱਚੇ ਪਾਤਸ਼ਾਹ ਨੇ ਭਾਈ ਰੂਪੇ ਨੂੰ ਦਿੱਤਾ। ਜੀ ਮੇਰੇ ਕਹਿਣ ਦਾ ਭਾਵ ਇਹ ਹੈ, ਗੁਰੂ ਹਰਗੋਬਿੰਦ ਸਾਹਿਬ ਭਾਰੀ ਪੀਰ ਨੇ। ਅੱਜ ਦੇ ਦਿਨ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਹੈ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਨ ਹੈ। ਭਾਈ ਗੁਰਦਾਸ ਜੀ ਨੇ ਜੋ ਲਿਖਿਆ ਉਹ ਸਾਰੇ ਪੰਕਤੀ ਪੜ੍ਹ ਦੋ, ਫਿਰ ਖਿਮਾ ਮੰਗਾ। ਪੀਰ ਬੈਠਾ ਗੁਰ ਪਹਾਰੀ, ਅਰ ਛਠਮ ਪੀਰ ਬੈਠਾ ਗੁਰ ਪਹਾਰੀ। ਭਾਰੀ ਪੀਰ ਬੈਠੇ ਗੁਰੂ ਹਰਗੋਬਿੰਦ ਸਾਹਿਬ। ਭਾਰੀ ਗੁਰੂ ਹਨ, ਭਾਰੀ ਯੋਧੇ ਹਨ, ਭਾਰੀ ਸੂਰਮੇ ਹਨ। ਪੀਰ ਬੈਠਾ ਗੁਰ ਪਹਾਰੀ, ਛਠਮ ਪੀਰ ਬੈਠਾ ਗੁਰ ਪਹਾਰੀ। ਪੀਰ ਬੈਠਾ ਗੁਰ ਪਹਾਰੀ, ਛਠਮ ਪੀਰ ਬੈਠਾ ਗੁਰ ਪਹਾਰੀ। ਭਾਰੀ ਸੱਚੇ ਪਾਤਸ਼ਾਹ, ਭਾਰੀ ਗੁਰੂ। ਤੇ ਇੱਕ ਥਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਆ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ।
ਗੁਰੂ ਹਰਗੋਬਿੰਦ ਸਾਹਿਬ ਇਸ ਲੋਕ ਦੇ ਵੀ ਪਾਤਸ਼ਾਹ ਹਨ, ਪਰਲੋਕ ਦੇ ਵੀ ਪਾਤਸ਼ਾਹ ਹਨ। ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਿਆਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਦੋਵਾਂ ਲੋਕਾਂ 'ਚ ਉਹਨਾਂ ਨੂੰ ਨਿਹਾਲ ਕੀਤਾ ਜੀ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਕੋਈ ਰਸਨਾ ਨਾ ਵਾਂਝੀ ਰਵੇ। ਸਾਰੇ ਹਾਜ਼ਰੀ ਲਵਾਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰ ਚ ਆ ਕੇ। ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਗੁਰੂ ਹਰਗੋਬਿੰਦ ਸਾਹਿਬ ਦੀ ਪਾਤਸ਼ਾਹੀ ਨੂੰ ਕੋਈ ਖੋ ਨਹੀਂ ਸਕਦਾ। ਅਡੋਲ ਪਾਤਸ਼ਾਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਮਹਾਰਾਜ ਜੀ ਦੇ ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।